जिस दिन मैं अपने पोस्टर लगवाने निकली, मेरे पीछे पीछे ही मेरे विरोधी मेरे सामने ही लोगों ਨੂੰ ਧਮਕਾ ਕੇ ਮੇਰੇ ਪੋਸਟਰ ਉਤਰਵਾ ਰਹੇ ਨੇ। ਇੱਥੋਂ ਤੱਕ ਵੀ ਧਮਕੀਆਂ ਦਿੱਤੀਆਂ ਗਈਆਂ ਕਿ ਕੱਲੀ ਬਾਹਰ ਨਾ ਨਿਕਲੇ। ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪਬਲਿਕ ਰਿਲੇਸ਼ਨ 'ਚ ਕੰਮ ਕੀਤਾ, ਡਰਨ ਵਾਲੇ ਤਾਂ ਆਪਾਂ ਹੈ ਨਹੀਂ ਹੈ। ਜਿਸ ਕੰਮ ਤੇ ਅੜ ਗਏ ਆ, ਅਗਰ ਇਸ ਸਮਾਜ ਸੇਵਾ ਦਾ ਬੀੜਾ ਚੁੱਕਿਆ ਹੈ ਤਾਂ ਆਪਾਂ ਜਾਰੀ ਰੱਖਣਾ ਹੀ ਰੱਖਣਾ। ਸਤਿ ਸ਼੍ਰੀ ਅਕਾਲ ਜੀ। ਮੋਹਾਲੀ ਦੀਆਂ ਐਮਸੀ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਉਹ ਹੋਣ ਜਾ ਰਹੀਆਂ 14 ਫਰਵਰੀ ਨੂੰ, ਤੇ ਕੁਛ ਕੀ ਦਿਨ ਰਹਿ ਚੁੱਕੇ ਨੇ ਤੇ ਜਿਹੜੇ ਕਾਉਂਸਲਰਸ ਨੇ, ਉਮੀਦਵਾਰ ਨੇ, ਉਹਨਾਂ ਨੇ ਜਿਹੜਾ ਹੈਗਾ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਸਾਡੇ ਨਾਲ ਅੱਜ ਵਾਰਡ ਨੰਬਰ 45 ਤੋਂ ਡਾਕਟਰ ਉਮਾ ਸ਼ਰਮਾ ਜੀ ਨੇ। ਡਾਕਟਰ ਉਮਾ ਸ਼ਰਮਾ ਜੀ ਤੋਂ ਅੱਜ ਜਾਣਾਂਗੇ ਕਿ ਉਹਨਾਂ ਦਾ ਜਿਹੜਾ ਜੀਵਨ ਹੈਗਾ ਉਹਦੇ ਵਿੱਚ ਉਹਨਾਂ ਨੇ ਕਈ ਜਿਹੜੀਆਂ ਹੈਗੀਆਂ ਉਹਨਾਂ ਦਾ ਜਿਹੜਾ ਸਫ਼ਰ ਹੈਗਾ ਬੜਾ ਅਲੱਗ-ਅਲੱਗ ਤਰ੍ਹਾਂ ਦਾ ਰਿਹਾ ਹੈਗਾ। ਪਬਲਿਕ ਰਿਲੇਸ਼ਨ ਦੇ ਵਿੱਚ 30 ਸਾਲ ਇਹਨਾਂ ਨੇ ਕੰਮ ਕੀਤਾ, ਫਿਰ ਪੱਤਰਕਾਰਤਾ ਕੀਤੀ ਤੇ ਹੁਣ ਜਿਹੜਾ ਹੈਗਾ ਇਹ ਸਿਆਸੀ ਸਫ਼ਰ ਜਿਹੜਾ ਸ਼ੁਰੂ ਕਰਨ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਇਹ ਦੱਸੋ ਜੀ ਜਿਹੜਾ ਆਪਣੇ ਬਾਰੇ ਥੋੜ੍ਹਾ ਕਿ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਿਹੜਾ ਸੀਗਾ ਤੁਹਾਡਾ ਜਿਹੜਾ ਸਫ਼ਰ ਸੀ ਜਿਹੜਾ ਜ਼ਿੰਦਗੀ ਦਾ ਉਹ ਕਿਵੇਂ ਰਿਹਾ ਜੀ, ਤੇ ਇੱਥੋਂ ਤੱਕ ਆਉਣ ਤੱਕ ਤੁਸੀਂ ਜਿਹੜਾ ਹੈਗਾ ਕਿੰਨਾ ਰਾਹਾਂ 'ਚੋਂ ਲੰਘੇ ਹੋ ਜੀ? ਮੈਂ ਫਾਜ਼ਿਲਕਾ ਨੂੰ ਬਿਲੋਂਗ ਕਰਦੀ ਹਾਂ। ਮੇਰੇ ਫਾਦਰ ਡਾਕਟਰ ਗੋਬਿੰਦ ਰਾਮ ਸ਼ਰਮਾ ਇੱਕ ਆਜ਼ਾਦੀ ਗੁਲਾਟੀਏ ਸੀ ਅਤੇ ਲੇਖਕ ਸੀ, ਪੱਤਰਕਾਰ ਸੀ, ਸਮਾਜ ਸੇਵੀ ਸੀ। ਉਹ ਆਲ ਐਂਡ ਰਾਊਂਡ ਸੀ ਔਰ ਉਹਨਾਂ ਦੀ ਜਿਹੜੀ ਗੁੜਤੀ ਦੇ ਵਿੱਚ ਸਾਨੂੰ ਦੇਸ਼ ਪ੍ਰੇਮ, ਸਮਾਜ ਸੇਵਾ, ਇਹ ਸਾਰੀਆਂ ਸਾਨੂੰ ਇੱਕ ਗੁੜਤੀ 'ਚ ਮਿਲੀਆਂ ਹੋਈਆਂ ਨੇ। ਸੋ ਮੈਂ BA ਕਰਨ ਤੋਂ ਬਾਅਦ ਚੰਡੀਗੜ੍ਹ ਜਰਨਲਿਜ਼ਮ ਕਰਨ ਆਈ ਸੀ, ਤਾਂ ਇੱਥੇ ਮੈਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਮੈਨੂੰ ਸਰਵਿਸ ਮਿਲੀ ਬਤੌਰ ਅਸਿਸਟੈਂਟ ਐਡੀਟਰ ਪੰਖੜੀਆਂ। ਸੋ ਉਸ ਤੋਂ ਬਾਅਦ ਮੈਂ 1984 ਦੇ ਵਿੱਚ ਪਬਲਿਕ ਰਿਲੇਸ਼ਨ ਪੰਜਾਬ 'ਚ ਜੁਆਇਨ ਕੀਤਾ ਅਤੇ 30 ਸਾਲ ਮੈਂ ਪਬਲਿਕ ਰਿਲੇਸ਼ਨ ਪੰਜਾਬ 'ਚ ਸੇਵਾ ਨਿਭਾਈਆਂ, ਜਿਹਦੇ ਵਿੱਚੋਂ 4.5 ਸਾਲ ਮੈਂ ਮੋਹਾਲੀ ਦੀ DPRO ਰਹੀ। ਮੈਨੂੰ ਮਾਣ ਹੈ ਕਿ ਮੈਂ ਮੋਹਾਲੀ ਜ਼ਿਲ੍ਹੇ ਦੀ ਪਹਿਲੀ DPRO ਰਹੀ ਹਾਂ। ਸੋ ਉਹ ਜਿਹੜਾ ਮੇਰਾ 4.5 ਸਾਲ ਦਾ ਪੀਰੀਅਡ ਸੀ ਮੋਹਾਲੀ ਦਾ, ਉਸ ਵਿੱਚ ਮੈਨੂੰ ਮੋਹਾਲੀ ਦੀ ਵਿੱਚ ਸਮਾਜ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਉਹ ਜਿਹੜੀ ਸਮਾਜ ਸੇਵਾ ਮੈਂ ਉਦੋਂ ਸ਼ੁਰੂ ਕੀਤੀ ਉਹ ਮੇਰੀ ਹੁਣ ਤੱਕ ਲਾਈਫ ਦੇ ਵਿੱਚ ਚੱਲੀ ਆ ਰਹੀ ਹੈ। ਅਤੇ ਹੁਣ ਤੱਕ ਮੈਂ ਤਕਰੀਬਨ 8-9 ਸੰਸਥਾਵਾਂ ਦੀ ਪ੍ਰਧਾਨ ਹਾਂ ਅਤੇ 5-6 ਸੰਸਥਾਵਾਂ ਦੀ ਮੈਂ ਜਨਰਲ ਸਕੱਤਰ ਹਾਂ। ਸੋ ਇਹਨਾਂ ਸੰਸਥਾਵਾਂ ਦੇ ਥਰੂ ਅਸੀਂ ਸਮਾਜ ਭਲਾਈ ਦੇ ਕੰਮ ਅਤੇ ਬੱਚਿਆਂ ਪ੍ਰਤੀ ਅਤੇ ਔਰਤਾਂ ਪ੍ਰਤੀ ਖਾਸ ਕਰਕੇ ਅਸੀਂ ਕਰ ਰਹੇ ਹਾਂ। ਸੋ ਰਿਟਾਇਰਮੈਂਟ ਤੋਂ ਬਾਅਦ ਮੈਂ ਟੋਟਲੀ ਸਮਾਜ ਨੂੰ ਸਮਰਪਿਤ ਹਾਂ। ਤੁਸੀਂ ਦੱਸ ਰਹੇ ਸੀਗੇ ਕਿ ਜਿਵੇਂ ਤੁਹਾਡਾ ਪਹਿਲਾਂ ਵਿੱਚ ਦੀ ਇਹ ਵੀ ਸੁਪਨਾ ਸੀਗਾ ਕਿ ਜਿਹੜਾ ਹੈਗਾ ਤੁਸੀਂ ਟੀਚਰ ਬਣਨਾ ਹੈ ਜੀ, ਫਿਰ ਬਾਅਦ ਦੇ ਵਿੱਚ ਉਹ ਕਿਹੜੀਆਂ ਕੈਸੇ ਹਾਲਾਤ ਬਣੇ ਕਿ ਜਿਹੜਾ ਤੁਸੀਂ ਹੋਰ ਪਾਸੇ ਚਲੇ ਗਏ, ਉਹਦੇ ਬਾਰੇ ਥੋੜ੍ਹਾ ਦੱਸੋ ਜੀ। ਨਹੀਂ, ਸੁਪਨਾ ਤਾਂ ਮੇਰਾ ਡਾਕਟਰ ਬਣਨ ਦਾ ਸੀ। ਡਾਕਟਰ ਬਣਨ ਵਾਸਤੇ ਮੈਂ ਪ੍ਰੀ ਮੈਡੀਕਲ ਦੇ ਵਿੱਚ ਐਡਮਿਸ਼ਨ ਵੀ ਲੈ ਲਈ ਸੀ, ਲੇਕਿਨ 1971 ਦੀ ਲੜਾਈ ਦੇ ਵਿੱਚ ਸਾਡੇ 84 ਜਵਾਨ ਸ਼ਹੀਦ ਹੋ ਗਏ ਅਤੇ ਉਹਨਾਂ ਦੇ ਕਰਮੇਸ਼ਨ ਲਈ ਮੇਰੇ ਫਾਦਰ ਨੇ ਉਹ ਪੈਸੇ ਦੇਤੇ ਸਾਰੇ, ਲੇਕਿਨ ਮੈਨੂੰ ਨਹੀਂ ਦੱਸਿਆ ਗਿਆ ਕਿ ਉਹ ਪੈਸੇ ਉੱਥੇ ਦਿੱਤੇ ਗਏ। ਮੈਨੂੰ ਉਹਨਾਂ ਨੇ ਇਹ ਕਿਹਾ ਕਿ ਬੇਟਾ ਤੂੰ ਪੜ੍ਹਾਈ ਛੱਡ ਦੇ, ਅਤੇ ਜਦੋਂ ਮੈਂ ਪੜ੍ਹਾਈ ਛੱਡੀ ਤਾਂ ਨੈਚੁਰਲੀ ਕਿ ਮੈਂ ਸਾਇੰਸ ਦੇ ਪੇਪਰ ਨਹੀਂ ਦੇ ਸਕਦੀ ਸੀ, ਕਿ ਮੈਂ ਆਰਟਸ ਦੇ ਦਿੱਤੇ ਤਾਂ ਮੇਰੀ ਲਾਈਫ ਟੋਟਲ ਚੇਂਜ ਹੋ ਗਈ। ਸੋ ਜਦੋਂ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਜਿਹੜੇ ਉਸ ਵੇਲੇ ਬ੍ਰਿਗੇਡੀਅਰ ਸੀ ਉਹ ਮੇਜਰ ਜਨਰਲ ਬਣ ਚੁੱਕੇ ਸੀ, ਉਹਨਾਂ ਨੇ ਦੱਸਿਆ ਕਿ ਉਹ ਪੈਸਿਆਂ ਨਾਲ ਸ਼ਹੀਦਾਂ ਦਾ ਕਨਵਰਸ਼ਨ ਕੀਤਾ ਗਿਆ ਸੀ। ਫਿਰ ਮੈਨੂੰ ਬੜਾ ਸਕੂਨ ਮਿਲਿਆ ਕਿ ਕਿਸੇ ਬਹੁਤ ਹੀ ਅੱਛੀ ਜਗ੍ਹਾ ਇਹਨਾਂ ਪੈਸਿਆਂ ਦਾ ਇਸਤੇਮਾਲ ਹੋਇਆ। ਫਿਰ ਮੈਂ ਡਾਕਟਰੇਟ ਸ਼ੁਰੂ ਕੀਤੀ ਅਤੇ ਡਾਕਟਰੇਟ ਕਰਕੇ ਮੈਂ ਆਪਣੇ ਨਾਂ ਦੇ ਨਾਲ ਡਾਕਟਰ ਲਗਾਇਆ ਅਤੇ ਕੁਛ ਸੁਪਨਾ ਮੇਰਾ ਉਹ ਪੂਰਾ ਹੋਇਆ ਕਿ ਮੈਂ ਉਹ ਡਾਕਟਰ ਤਾਂ ਨਹੀਂ ਬਣ ਸਕੀ, लेकिन ये डॉक्टरेट करके मैं डॉक्टर नाजरूर अपने लगाया। फिर मैं B.Ed की तो B.Ed करके मैं टीचर बनना सी, लेकिन टीचिंग दे विच सानू कोई भी जॉब नहीं मिल रही सी। सो फिर मैं जर्नलिज्म की, जर्नलिज्म करन तो बाद डॉक्टरेट की थी। वो सारा मेरा जिहड़ा ये सफ़र है फिर पब्लिक रिलेशन दे विच इत्थे चंडीगढ़ ही बीत्या। ਮੈਮ ਕਿ ਕਿਹੜੀਆਂ ਵਜ੍ਹਾਵਾਂ ਸੀਗੀਆਂ ਜੀ ਜਿਨ੍ਹਾਂ ਨੇ ਤੁਹਾਨੂੰ ਜਿਹੜਾ ਹੈਗਾ ਇਸ ਪਾਸੇ ਆਉਣ ਲਈ ਮਜਬੂਰ ਕੀਤਾ ਜਾਂ ਪ੍ਰੇਰਿਤ ਕੀਤਾ ਕਿ ਜਿਹੜਾ ਤੁਸੀਂ ਹੈ ਕਾਉਂਸਲਰ ਵਜੋਂ ਹੁਣ ਮੋਹਾਲੀ ਦੀ ਆਪਣੇ ਜਿਹੜਾ ਤੁਹਾਡਾ ਏਰੀਆ, ਤੁਹਾਡਾ ਵਾਰਡ ਹੈ, ਉਹਦੇ ਲੋਕਾਂ ਦੀ ਸੇਵਾ ਕਰਨ ਲਈ ਜਿਹੜਾ ਤੁਸੀਂ ਸੋਚਿਆ ਜੀ? ਇਹ ਜੀ ਮੈਂ ਤਾਂ ਟੋਟਲੀ ਸਮਾਜ ਸੇਵਾ ਨੂੰ ਸਮਰਪਿਤ ਹਾਂ, ਕਿਉਂਕਿ ਮੇਰੇ ਫਾਦਰ ਨੇ ਮੈਨੂੰ ਇਹੀ ਸਿਖਾਇਆ ਸੀ ਕਿ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਛ ਕਮਾਉਣਾ ਹੈ
ਤਾਂ ਤੁਸੀਂ ਸਮਾਜ ਪ੍ਰਤੀ ਸਮਰਪਿਤ ਰਹੋ। ਸੋ ਮੈਂ ਉਹਨਾਂ ਦੇ ਕਦਮਾਂ ਤੇ ਚਲਦੀ ਹੋਈ ਮੈਂ ਸਮਾਜ ਸੇਵਾ ਹੀ ਕਰਨਾ ਚਾਹੁੰਦੀ ਸੀ। ਲੇਕਿਨ ਜਦੋਂ ਇਹ ਪਤਾ ਲੱਗਿਆ ਕਿ ਸਾਡਾ ਇਹ ਵਾਰਡ ਜਿਹੜਾ ਹੈ ਇਹ ਲੇਡੀਜ਼ ਵਾਸਤੇ ਰਿਜ਼ਰਵ ਕਰ ਦਿੱਤਾ ਗਿਆ ਹੈਗਾ, ਤਾਂ ਫਿਰ ਸਾਡੇ ਮੁਹੱਲਾ ਐਸੋਸੀਏਸ਼ਨ ਨੇ ਇਹ ਕਿਹਾ ਕਿ ਜਦੋਂ ਸਾਡੇ ਕੋਲ ਇੱਕ ਪੜ੍ਹੀ ਲਿਖੀ ਲੜਕੀ ਹੈਗੀ ਹੈ ਤੇ ਅਸੀਂ ਕਿਉਂ ਨਾ ਉਹਨੂੰ ਇਹ ਚੋਣਾਂ ਲੜਾਈਏ, ਤਾਂ ਜੋ ਉਹ ਸਮਾਜ ਨੂੰ ਜਿਸ ਤਰ੍ਹਾਂ ਸਮਾਜ ਸੇਵਾ ਕਰ ਰਹੀ ਹੈ ਉਹ ਪੋਲਿਟਿਕਸ ਵਿੱਚ ਵੀ ਆ ਕੇ ਸਮਾਜ ਦੇ ਪ੍ਰਤੀ ਸਮਰਪਿਤ ਰਹੇ ਤੇ ਸਮਾਜ ਦੇ ਵਿੱਚ ਕੁਝ ਤਬਦੀਲੀਆਂ ਲਿਆ ਸਕੇ। ਸੋ ਉਹਨਾਂ ਨੇ ਮੈਨੂੰ ਇਹ ਜ਼ੋਰ ਦੇ ਕੇ ਮੈਨੂੰ ਇਸ ਸਿਆਸਤ ਦੇ ਵਿੱਚ ਸਮਝ ਲਓ ਕਿ ਮੇਰਾ ਕਦਮ ਉਹਨਾਂ ਨੇ ਰਖਵਾ ਦਿੱਤਾ ਮੇਰੇ ਤੋਂ। ਮੈਮ ਇੱਕ ਸਵਾਲ ਇੱਥੇ ਇਹ ਵੀ ਉੱਠਦਾ ਹੈ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਸਿਆਸਤ ਹੈ ਅੱਜ ਦੀ ਉਹ ਬੜੀ ਮਤਲਬ ਥੋੜੀ ਗੰਦੀ ਕਿਸਮ ਦੀ ਹੋਈ ਜਾ ਰਹੀ ਹੈ ਲਗਾਤਾਰ, ਤੇ ਤੁਸੀਂ ਇੱਕ ਸਰਕਾਰੀ ਅਹੁਦੇ ਤੇ ਵੀ ਰਹੇ ਹੋ ਤੇ ਤੁਹਾਨੂੰ ਤੁਸੀਂ ਇੰਨੇ ਸਾਲ ਕੰਮ ਕੀਤੇ, ਤੁਹਾਨੂੰ ਸਾਰਾ ਇਸ ਚੀਜ਼ ਦਾ ਪਤਾ ਸੀਗਾ ਕਿ ਸਿਆਸਤ ਕਿਵੇਂ ਦੀ ਚੱਲ ਰਹੀ ਹੈ ਦੇਸ਼ 'ਚ, ਫਿਰ ਵੀ ਤੁਸੀਂ ਸਿਆਸਤ 'ਚ ਆਉਣਾ ਕਿਉਂ ਚੁਣਿਆ ਜੀ, ਤੇ ਇਹਨੂੰ ਬਦਲਣ ਦੀ ਕੋਸ਼ਿਸ਼ ਹੈ ਜਾਂ ਕੀ ਇਹਦੇ ਪਿੱਛੇ ਕਾਰਨ ਹੈ ਜੀ? ਮੇਰੇ ਫਾਦਰ ਵੀ ਸਿਆਸਤ ਵਿੱਚ ਸੀ। ਉਹਨਾਂ ਨੇ ਜਦੋਂ ਫਰੀडम ਫਾਈਟਰ ਰਹੇ ਨੇ ਉਹਨਾਂ ਨੇ ਨਾ ਤਾਂ ਤਾਮਿਲ ਪੱਤਰ ਲਿਆ ਤੇ ਨਾ ਹੀ ਉਹਨਾਂ ਨੇ ਕੋਈ ਪੈਨਸ਼ਨ ਲਗਵਾਈ। ਉਹਨਾਂ ਦਾ ਵੀ ਇਹ ਸੁਪਨਾ ਸੀ ਕਿ ਅਸੀਂ ਅਗਰ ਦੇਸ਼ ਵਾਸਤੇ ਕੁਝ ਕੀਤਾ ਹੈ ਤਾਂ ਉਹਦੇ ਬਦਲੇ ਅਸੀਂ ਅਗਰ ਕੁਝ ਲੈ ਲਿਆ ਤਾਂ ਫਿਰ ਤਾਂ ਸਾਡੀ ਉਹ ਦੇਣ ਰਹਿ ਹੀ ਨਾ ਗਈ ਸਮਾਜ ਨੂੰ। ਉਹੀ ਸੋਚ ਮੇਰੀ ਹੈ ਕਿ ਅਗਰ ਮੈਂ ਹੁਣ ਇਸ ਸਿਆਸਤ ਦੇ ਵਿੱਚ ਆਈ ਹਾਂ ਤੇ ਮੈਂ ਚਾਹਾਂਗੀ ਕਿ ਅਸੀਂ ਉਹ ਜਿਹੜਾ ਇੱਕ ਰਾਜਨੀਤੀ ਦੇ ਨਾਂ ਤੇ ਧੱਬਾ ਲੱਗਿਆ ਹੋਇਆ ਹੈ ਕਿ ਰਾਜਨੀਤੀ ਗੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜਾ ਨਾਂ ਹੈ ਨਾ ਉਸ ਨਾਂ ਨੂੰ ਅਸੀਂ ਥੋੜ੍ਹਾ ਬਦਲ ਕੇ ਉਹਨੂੰ ਸੱਚਾ ਤੇ ਸੁਚੱਜਾ ਬਣਾ ਸਕੀਏ। ਮੈਂ ਇਹੀ ਕੋਸ਼ਿਸ਼ ਕਰਾਂਗੀ ਕਿ ਉਹ ਜਿਹੜੀ ਸਮਝਦੇ ਹਾਂ ਅਸੀਂ ਕਿ ਜਿਹੜੀ ਰਾਜਨੀਤੀ ਵੀ ਇਹ ਗੰਦੀ ਰਾਜਨੀਤੀ ਹੈ ਉਹਨੂੰ ਅਸੀਂ ਇੱਕ ਇਮਾਨਦਾਰ ਡੈਡੀਕੇਟਿਡ ਔਰ ਸੱਚੇ ਸੁੱਚੇ ਇਨਸਾਨ ਜਿਹੜੇ ਆਣ ਮਤਲਬ ਉਸ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਅਸੀਂ ਬਣਾ ਸਕੀਏ। ਮੈਮ ਇੱਥੋਂ ਦੇ ਆਜ਼ਾਦ ਗਰੁੱਪ ਦੇ ਜਿਹੜੇ ਹੈਗੇ ਨੇ ਸਾਬਕਾ ਮੇਅਰ ਕੁਲਵੰਤ ਸਿੰਘ ਜੀ, ਉਹਨਾਂ ਦੇ ਤੁਸੀਂ ਗਰੁੱਪ ਵੱਲੋਂ ਜਿਹੜਾ ਚੋਣ ਲੜਨ ਜਾ ਰਹੇ ਹੋ, ਤੁਹਾਡਾ ਪਹਿਲਾ ਮੌਕਾ ਹੈ ਤੇ ਤੁਹਾਨੂੰ ਚੋਣ ਨਿਸ਼ਾਨ ਜਿਹੜਾ ਹੈਗਾ ਟਰੈਕਟਰ ਮਿਲਿਆ ਜਿਵੇਂ ਕਿ ਤੁਸੀਂ ਦੱਸ ਰਹੇ ਸੀਗੇ, ਤੇ ਹੁਣ ਤੁਸੀਂ ਆਪਣਾ ਜਿਹੜਾ ਮੁਕਾਬਲਾ ਹੈਗਾ ਜੀ ਇਹ ਇਹਨਾਂ ਚੋਣਾਂ ਵਿੱਚ ਕਿਹਨਾਂ ਦੇ ਨਾਲ ਦੇਖਦੇ ਹੋ ਜੀ? ਦੇਖੋ ਜੀ, ਮੈਂ ਤਾਂ ਹਮੇਸ਼ਾ ਸਭ ਨੂੰ ਹੀ ਆਪਣੇ ਮੁਕਾਬਲੇ ਤੇ ਹਾਵੀ ਦੇਖਦੀ ਹਾਂ, ਕਿਉਂਕਿ ਕਦੇ ਵੀ ਆਪਣੇ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਤਿੰਨੋਂ ਪਾਰਟੀਆਂ ਮੇਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਮੈਡਮ ਮਨਜੀਤ, ਮੀਨਾ ਕੌਂਡਲ ਜੀ ਹੈਗੇ ਨੇ ਕਾਂਗਰਸ ਵੱਲੋਂ ਤੇ ਮੈਂ ਆਜ਼ਾਦ ਵੱਲੋਂ। ਹਾਲੇ ਤੱਕ ਬੀਜੇਪੀ ਦੀ ਕੌਣ ਆਇਆ ਸਾਨੂੰ ਪਤਾ ਨਹੀਂ ਲੱਗਿਆ, ਲੇਕਿਨ ਕੋਈ ਆਇਆ ਹੈ। ਸੋ ਮੁਕਾਬਲਾ ਤਾਂ ਹਮੇਸ਼ਾ ਹੀ ਜਿਹੜਾ ਤੁਹਾਡਾ ਆਪੋਜ਼ਿਟ ਵਾਲਾ ਕੈਂਡੀਡੇਟ ਹੁੰਦਾ ਹੈ ਅਸੀਂ ਇਹੀ ਮੰਨ ਕੇ ਚੱਲੀਏ ਕਿ ਹਾਵੀ ਹੈ ਤਾਂ ਹੀ ਅਸੀਂ ਅੱਗੇ ਆਪਣਾ ਕੁਝ ਕਰ ਸਕਾਂਗੇ। ਲੇਕਿਨ ਮੁਕਾਬਲਾ ਜਿਹੜਾ ਹੈ ਸਾਡੀ ਜਿਹੜੀ ਚੋਣ ਪ੍ਰਚਾਰ ਹੈ ਸਾਡਾ ਉਹ ਪੂਰੇ ਜ਼ੋਰਾਂ 'ਤੇ ਹੈ ਔਰ ਲੋਕਾਂ ਦਾ ਰਿਸਪੌਂਸ ਬਹੁਤ ਹੀ ਅੱਛਾ ਮਿਲ ਰਿਹਾ ਹੈ, ਕਿਉਂਕਿ ਜਿਹੜੇ ਲੋਕ ਨੇ ਉਹ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਨੇ। ਅਸੀਂ ਜਿੱਥੇ ਵੀ ਜਾਂਦੇ ਹਾਂ ਸਾਡੇ ਨਾਲ ਬਹੁਤ ਹੀ ਜਗ੍ਹਾ ਇਸ ਤਰ੍ਹਾਂ ਹੋਇਆ ਹੈ, ਉਹਨਾਂ ਨੇ ਇਹ ਪੁੱਛਿਆ ਵੀ ਅਗਰ ਆਜ਼ਾਦ ਹੋ ਤਾਂ ਆ ਜਾਓ ਅੰਦਰ, ਅਗਰ ਕਿਸੇ ਪਾਰਟੀ ਤੋਂ ਤਾਂ ਤੁਸੀਂ ਥੱਲੇ ਹੀ ਰਹੋ। ਸੋ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਮੈਨੂੰ ਲੱਗਦਾ ਹੈ ਕਿ ਆਜ਼ਾਦ ਪਾਰਟੀਆਂ ਵੱਲ ਜਾਂਦਾ ਹੈ। ਜੇਕਰ ਮੋਹਾਲੀ ਦੇ ਜਿਹੜੇ ਲੋਕਾਂ ਨੇ ਜਾਂ ਤੁਹਾਡੇ ਵਾਰਡ ਦੇ ਵੋਟਰਸ ਨੇ ਜੇ ਤੁਹਾਨੂੰ ਮੌਕਾ ਦਿੰਦੇ ਆ ਤਾਂ ਕਿਹੜੇ ਕਿਹੜੇ ਏਜੰਡੇ ਜਿਹੜੇ ਹੋਣਗੇ ਤੁਹਾਡੇ ਦਿਮਾਗ 'ਚ ਮੈਮ, ਜਿਨ੍ਹਾਂ ਨੂੰ ਲੈ ਕੇ ਜਿਹੜਾ ਤੁਸੀਂ ਅੱਗੇ ਆਉਣ ਵਾਲੇ ਆਪਦੇ ਕਾਰਜਕਾਲ ਦੇ ਦੌਰਾਨ ਜਿਹੜਾ ਉਹਨਾਂ ਲਈ ਸੇਵਾ ਕਰੋਗੇ? ਆਮ ਤੌਰ 'ਤੇ ਹਰੇਕ ਕਾਉਂਸਲਰ ਇਹ ਕਹਿੰਦਾ ਕਿ ਅਸੀਂ ਵਿਕਾਸ ਕੀਤਾ ਹੈ, ਇਹ ਕੀਤਾ, ਪਹਿਲਾਂ ਹੋ ਨਹੀਂ ਰਿਹਾ ਸੀਗਾ, ਅਸੀਂ ਥੋੜ੍ਹਾ ਹਟ ਕੇ ਕੰਮ ਕੀਤਾ ਹੈ, ਪਰ ਤੁਹਾਡੇ ਮਨ ਦੇ ਵਿੱਚ ਕੀ ਹੈਗਾ ਜੀ? ਤੁਸੀਂ ਆਪਣੇ ਕਾਰਜਕਾਲ ਦੇ ਦੌਰਾਨ ਅਗਰ ਤੁਹਾਨੂੰ ਮੌਕਾ ਮਿਲਦਾ ਤਾਂ ਤੁਸੀਂ ਕਿਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਜ਼ਿਆਦਾ ਧਿਆਨ ਰੱਖਿਆ ਜਾਊਗਾ ਤੁਹਾਡੇ ਵੱਲੋਂ? ਮੇਰਾ ਮੇਨ ਪੁਆਇੰਟ ਜਿਹੜਾ ਮੇਨ ਮੁੱਦਾ ਜਿਹੜਾ ਇਹ ਹੋਏਗਾ ਔਰਤਾਂ ਦੀ ਸਿਕਿਉਰਿਟੀ। ਇਹ ਬਹੁਤ ਮੈਂ ਦੇਖਿਆ ਹੈ ਕਿ ਈਵ ਟੀਜ਼ਿੰਗ ਬੜੀ ਹੁੰਦੀ ਹੈ, ਸਨੈਚਿੰਗ ਬੜੀ ਹੁੰਦੀ ਹੈ ਔਰ ਔਰਤਾਂ ਸਵੇਰੇ ਸੈਰ ਕਰਨ ਨਹੀਂ ਨਿਕਲਦੀਆਂ। ਉਹਨਾਂ ਵਾਸਤੇ ਇੱਕ ਤਾਂ ਕੋਈ ਖਾਸ ਪ੍ਰਬੰਧ ਕਰਨੇ ਔਰ ਮੈਨੂੰ ਲੱਗਦਾ ਹੈ ਕਿ ਇਸ ਨੂੰ ਰੋਕਣ ਵਾਸਤੇ ਜਿਹੜੇ CCTV ਕੈਮਰੇ ਨੇ ਉਹ ਸਪੈਸ਼ਲ ਕਈ ਪੁਆਇੰਟਾਂ 'ਤੇ ਲਗਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਇਹਦੇ ਨਾਲ ਸਿਰਫ ਇਹ ਹੀ ਨਹੀਂ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਚੋਰੀ ਹੁੰਦੀ ਹੈ ਆਮ ਤੌਰ 'ਤੇ, ਉਹ ਸਾਰੀਆਂ 'ਤੇ ਥੋੜ੍ਹੀ ਜਿਹੀ ਠੱਲ ਪਏਗੀ, ਕਿਉਂਕਿ ਕੈਮਰੇ ਤੋਂ ਲੋਕ ਥੋੜ੍ਹਾ ਡਰਦੇ ਨੇ ਕਿ ਅਸੀਂ ਪਕੜੇ ਨਾ ਜਾਈਏ। ਦੂਸਰਾ, ਇੱਥੇ ਬੱਚਿਆਂ ਦੇ ਖੇਲਣ ਵਾਸਤੇ ਕੋਈ ਖਾਸ ਪੁਆਇੰਟ ਨਹੀਂ ਹੈਗੇ। ਸਾਰੇ ਜਿੰਨੇ ਸਾਡੇ ਗਰਾਊਂਡ ਨੇ ਬੱਚੇ ਇੱਥੇ ਖੇਲਦੇ ਨੇ ਔਰ ਜਦੋਂ ਖੇਲਦੇ ਨੇ ਤਾਂ ਕਿਸੇ ਨੂੰ ਚੋਟ ਲੱਗਦੀ ਹੈ, ਗਰਾਊਂਡਾਂ ਦੇ ਵਿੱਚ ਕਿਸੇ ਦੇ ਸ਼ੀਸ਼ੇ ਟੁੱਟਦੇ ਨੇ ਕਾਰਾਂ ਦੇ।
ਔਰ ਲੋਕ ਉਹਨਾਂ ਨੂੰ ਖੇਲਣ ਤੋਂ ਰੋਕਦੇ ਨੇ, ਬੱਚੇ ਵੀ ਨਿਰਾਸ਼ ਹੁੰਦੇ ਨੇ, ਜਿਹੜੇ ਰੈਜ਼ੀਡੈਂਟ ਨੇ ਉਹ ਵੀ ਨਿਰਾਸ਼ ਹੁੰਦੇ ਨੇ। ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਕਿਸੇ ਨਜ਼ਦੀਕ ਪੁਆਇੰਟ ਤੇ ਕਿਸੇ ਵੀ ਪਾਰਕ ਦੇ ਵਿੱਚ ਥੋੜੀ ਜਗ੍ਹਾ ਲੈ ਕੇ ਬੱਚਿਆਂ ਵਾਸਤੇ ਇੱਕ ਅਲੱਗ ਉਹਨੂੰ ਮਾਰਕ ਕਰਕੇ ਦੱਸਿਆ ਜਾਵੇ ਕਿ ਬੱਚੇ ਇੱਥੇ ਖੇਲ ਸਕਦੇ ਨੇ, ਕਿਉਂਕਿ ਬੱਚਿਆਂ ਸੇ ਨਜ਼ਦੀਕ ਖੇਲਣ ਦੀ ਕੋਈ ਵੀ ਪੁਆਇੰਟ ਨਹੀਂ ਹੈ। ਚਾਹੇ ਉਹ 2-3 ਵਾਰਡਾਂ ਨੂੰ ਮਿਲਾ ਕੇ ਇੱਕ ਪੁਆਇੰਟ ਤੇ ਉਹਨਾਂ ਨੂੰ ਬੱਚਿਆਂ ਨੂੰ ਜਗ੍ਹਾ ਦੇ ਦਿੱਤੀ ਜਾਵੇ। ਮੇਰਾ ਮੇਨ ਦੂਸਰਾ ਮੁੱਦਾ ਇਹ ਹੋਏਗਾ। ਇਹ ਕਿਹਾ ਜਾਂਦਾ ਕਿ ਜੀ ਵੈਸੇ ਵੀ ਹੁਣ ਔਰਤਾਂ ਦੀ ਸਦੀ ਹੈ ਤੇ ਮੋਹਾਲੀ ਦੇ ਜਿਹੜੇ 50 ਵਾਰਡ ਨੇ ਕੁੱਲ, ਉਹਦੇ ਵਿੱਚ ਜਿਹੜੇ ਹੈਗੇ ਆ 25 ਜਿਹੜੀਆਂ ਸੀਟਾਂ ਹੈਗੀਆਂ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ ਜੀ ਜਿਹੜੀਆਂ ਔਰਤਾਂ ਦੇ ਲਈ। ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇਸ ਵਾਰ ਹੋ ਸਕਦਾ ਕਿ ਹਾਊਸ ਦੇ ਵਿੱਚ ਬੰਦਿਆਂ ਦੇ ਨਾਲੋਂ ਜ਼ਿਆਦਾ ਔਰਤਾਂ ਉੱਥੇ ਜਾ ਕੇ ਬੈਠਣਗੀਆਂ, ਤੇ ਇਹ ਇਸ ਚੀਜ਼ ਨੂੰ ਤੁਸੀਂ ਜਿਹੜਾ ਕਿਵੇਂ ਦੇਖ ਰਹੇ ਹੋ ਜੀ? ਇਹ ਮੈਂ ਤਾਂ ਬਹੁਤ ਅੱਛਾ ਦੇਖ ਰਹੀ ਹਾਂ ਜੀ। ਮੁਬਾਰਕਬਾਦ ਸਰਕਾਰ ਨੂੰ ਦਿੰਦੀ ਹਾਂ ਕਿ ਉਹਨਾਂ ਨੇ 25% 50% ਕੋਟਾ ਜਿਹੜਾ ਹੈਗਾ ਹੈ ਉਹ ਸਰਕਾਰ ਦਾ ਕੀਤਾ ਹੈ। ਲੇਕਿਨ ਇਹਦੇ ਵਿੱਚ ਮੇਨ ਇਹ ਹੈ ਕਿ ਔਰਤਾਂ ਉਹ ਅੱਗੇ ਆਉਣ ਜਿਹੜੀਆਂ ਆਪ ਜਾ ਕੇ ਹਾਊਸ ਦੇ ਵਿੱਚ ਕੰਮ ਕਰਾ ਸਕਦੀਆਂ ਨੇ। ਲੇਕਿਨ ਉਹ ਔਰਤਾਂ ਨਾ ਜਿਨ੍ਹਾਂ ਦੇ ਫਿਰ ਉਹੀ ਹਸਬੈਂਡ ਹੀ ਕੰਮ ਕਰਨ, ਹਸਬੈਂਡ ਹੀ ਸਾਈਨ ਕਰਨ, ਹਸਬੈਂਡ ਵੀ ਮੋਹਰ ਲਾਏ, ਜਾਂ ਹਸਬੈਂਡ ਵੀ ਅੱਗੇ ਤੀਜੇ ਬੰਦੇ ਕੋਲ ਜਾਏ ਤੇ ਉੱਥੋਂ ਜਾ ਕੇ ਕੰਮ ਕਰਾਏ। ਮਤਲਬ ਉਹ ਨਹੀਂ, ਉਹ ਡਾਇਰੈਕਟ ਉਹ ਔਰਤਾਂ ਹਨ ਜਿਹੜੀਆਂ ਜਾ ਕੇ ਆਪ ਹਾਊਸ ਦੇ ਵਿੱਚ ਬੋਲ ਵੀ ਸਕਣ ਤੇ ਆਪਣਾ ਕੰਮ ਵੀ ਕਰਾ ਸਕਣ ਲੋਕਾਂ ਦਾ, ਔਰ ਲੋਕਾਂ ਦੇ ਕੋਈ ਸਮਾਜ ਸੇਵਾ ਵੀ ਕਰ ਸਕਣ। ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰੀ ਜਿਹੜੀਆਂ ਸਾਡੇ ਗਰੁੱਪ ਦੀਆਂ ਔਰਤਾਂ ਨੇ, ਅਗਰ ਉਹ ਅੱਗੇ ਆਉਂਦੀਆਂ ਨੇ ਤਾਂ ਹਾਊਸ ਇੱਕ ਡਿਫਰੈਂਟ ਤਰੀਕੇ ਦਾ ਹੋਏਗਾ। ਉਹਦੇ 'ਚ ਪੜ੍ਹੀਆਂ ਲਿਖੀਆਂ ਔਰਤਾਂ ਔਰ ਖਾਸ ਕਰਕੇ ਉਹ ਔਰਤਾਂ ਜਿਹੜੀਆਂ ਆਪ ਬੋਲ ਸਕਦੀਆਂ ਨੇ, ਕੰਮ ਕਰਾ ਸਕਦੀਆਂ ਨੇ, ਉਹੀ ਅੱਗੇ ਆਉਣਗੀਆਂ। ਮੈਮ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ, ਕਿਉਂਕਿ ਤੁਹਾਨੂੰ ਪਤਾ ਬਹੁਤ ਦਿਨਾਂ ਤੋਂ ਕਿਸਾਨੀ ਸੰਘਰਸ਼ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਜੀ, ਕਿ ਉਹਦੇ ਚੱਲਦੇ ਕਈ ਪਾਰਟੀਆਂ ਵੱਲੋਂ ਮੰਗ ਕੀਤੀ ਗਈ ਕਿ ਜਿਹੜੇ ਚੋਣਾਂ ਨੇ ਇਹਨਾਂ ਨੂੰ ਜਿਹੜਾ ਹੈਗਾ ਪੋਸਟਪੋਨ ਕੀਤਾ ਜਾਵੇ, ਕਿਉਂਕਿ ਇਹ ਮਾਹੌਲ ਸ਼ਾਇਦ ਉਸ ਤਰ੍ਹਾਂ ਦਾ ਹੈ ਨਹੀਂ ਸੀ, ਲੋਕ ਇੰਨੇ ਤਿਆਰ ਹੈ ਨਹੀਂ ਸੀ ਚੋਣਾਂ ਲਈ। ਸੋ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ? ਬਿਲਕੁਲ ਪੋਸਟਪੋਨ ਹੋਣੀਆਂ ਚਾਹੀਦੀਆਂ ਸੀ, ਕਿਉਂਕਿ ਜਿਹੜੇ ਸਾਡੇ ਅੰਨਦਾਤਾ ਨੇ, ਜਿਹੜੇ ਸਾਨੂੰ ਖਾਣਾ ਖਿਲਾਉਂਦੇ ਨੇ, ਜਿਨ੍ਹਾਂ ਦੇ ਬਤੌਰ ਅਸੀਂ ਸਾਰੇ ਕੰਮ ਸਾਡੇ ਹੁੰਦੇ ਨੇ, ਅਗਰ ਉਹ ਸੜਕਾਂ 'ਤੇ ਰੁਲ ਰਹੇ ਨੇ ਤੇ ਸਾਡਾ ਇਲੈਕਸ਼ਨ ਲੜਨ ਦਾ ਕੋਈ ਮੁੱਦਾ ਨਹੀਂ ਰਹਿ ਜਾਂਦਾ। ਜਿੱਥੋਂ ਤੱਕ ਮੇਰਾ ਆਪਣਾ ਵਿਚਾਰ ਹੈ ਤਾਂ ਉਹ ਇਹੀ ਹੈ ਕਿ ਇਹ ਇਲੈਕਸ਼ਨ ਪੋਸਟਪੋਨ ਹੋਣੇ ਚਾਹੀਦੇ ਸੀ, ਪਹਿਲਾਂ ਉਹਨਾਂ ਦਾ ਹੱਲ ਹੋਣਾ ਚਾਹੀਦਾ ਸੀ। ਦੇਖੋ ਇੰਨੇ ਮਹੀਨਿਆਂ ਤੋਂ ਸਾਡੇ ਜਿਹੜੇ ਕਿਸਾਨ ਨੇ ਉਹ ਸੜਕਾਂ 'ਤੇ ਰੁਲ ਰਹੇ ਨੇ, ਉਹਨਾਂ ਦਾ ਹੱਲ ਪਹਿਲਾਂ ਕੱਢ ਕੇ ਜਦੋਂ ਉਹ ਆਪਣੇ ਘਰ ਪਹੁੰਚ ਜਾਂਦੇ ਤਾਂ ਫਿਰ ਸਾਨੂੰ ਸਾਰਿਆਂ ਦੇ ਮਨਾਂ 'ਚ ਇੱਕ ਸੰਤੁਸ਼ਟੀ ਹੁੰਦੀ ਕਿ ਸਾਡੇ ਸਾਰੇ ਪਰਿਵਾਰ ਆਪਣੇ ਆਪਣੇ ਘਰ ਨੇ, ਤੇ ਫਿਰ ਅਸੀਂ ਇਲੈਕਸ਼ਨ ਲੜਦੇ। ਲੇਕਿਨ ਜਦੋਂ ਤੱਕ ਉਹ ਸੜਕ 'ਤੇ ਰੁਲ ਰਹੇ ਨੇ, ਅਸੀਂ ਇੱਥੇ ਇਲੈਕਸ਼ਨਾਂ ਦੀ ਤਿਆਰੀ ਕਰ ਰਹੇ ਹਾਂ, ਸੋ ਮਨ ਖੁਸ਼ ਨਹੀਂ ਹੈ, ਮਨ ਖੁਸ਼ ਨਹੀਂ ਹੈ। ਅੰਤ ਵਿੱਚ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ? ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹਾਂਗੀ ਕਿ ਤੁਸੀਂ ਆਪਣਾ ਕੀਮਤੀ ਵੋਟ ਉੱਥੇ ਪਾਓ, ਕਿਰਦਾਰ ਦੇਖ ਕੇ ਪਾਓ, ਤੇ ਉਸ ਜਗ੍ਹਾ ਪਾਓ ਜਿੱਥੇ ਤੁਹਾਨੂੰ ਲੱਗੇ ਕਿ ਉਹ ਕੈਂਡੀਡੇਟ ਜਿਹੜਾ ਹੈਗਾ ਉਹ ਕੈਂਡੀਡੇਟ ਤੁਹਾਡੇ ਸਾਰੇ ਜਿੰਨੇ ਵੀ ਤੁਹਾਡੇ ਉਮੀਦਾਂ ਨੇ ਉਹਨਾਂ 'ਤੇ ਖਰਾ ਉਤਰ ਸਕਦਾ ਹੋਵੇ। ਜੇ ਉਹ ਤੁਹਾਡੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਦਾ ਤਾਂ ਮੇਰਾ ਖਿਆਲ ਹੈ ਉਸ ਕੈਂਡੀਡੇਟ ਨੂੰ ਲੜਨਾ ਵੀ ਨਹੀਂ ਚਾਹੀਦਾ। ਸੋ ਜੋ ਅਸੀਂ ਜਿਸ ਪਰਪਸ ਵਾਸਤੇ ਅੱਗੇ ਆਉਂਦੇ ਹਾਂ ਉਹਨੂੰ ਅਸੀਂ ਪੂਰਾ ਕਰ ਸਕੀਏ। ਤੇ ਮੇਰਾ ਵੋਟਰਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਸਾਰੇ ਕਿਰਦਾਰ ਦੇਖ ਕੇ ਵੋਟ ਪਾਓ, ਪਾਰਟੀ ਦੇਖ ਕੇ ਵੋਟ ਨਾ ਪਾਓ, ਔਰ ਕੈਂਡੀਡੇਟ ਨੂੰ ਜ਼ਰੂਰ ਦੇਖੋ ਤਾਂ ਕਿ ਅੱਗੇ ਜਾ ਕੇ ਤੁਹਾਡੇ ਸ਼ਹਿਰ ਦਾ, ਤੁਹਾਡੇ ਵਾਰਡ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਤੁਹਾਡਾ MC ਜਿਹੜਾ ਹੈਗਾ ਉਸ ਦਾ ਕਿਰਦਾਰ ਔਰ ਉਸ ਦੀ ਪੜ੍ਹਾਈ ਲਿਖਾਈ ਔਰ ਉਹ ਤੁਹਾਡੇ ਕੰਮ ਕਿੰਨੇ ਕੁ ਕਰਾ ਸਕਦਾ ਹੈ, ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਵੋਟ ਉਸ ਜਗ੍ਹਾ 'ਤੇ ਪਾਓ ਤੇ ਫਿਰ ਸੋਚੋ ਕਿ ਅਸੀਂ ਆਪਣੇ ਦੇਸ਼ ਦਾ ਵਿਕਾਸ ਕਿਵੇਂ ਕਰਨਾ ਹੈ। ਇੱਕ ਕੁਐਸਚਨ ਮੈਂ ਲਾਸਟ ਮੈਂ ਪੁੱਛਣਾ ਚਾਹੂੰਗਾ, ਇਹ ਇਲੈਕਸ਼ਨ ਜਿਹੜਾ ਫੁੱਲੀ ਇਫੈਕਟਡ ਹੈ ਉਸ ਸਮੇਂ ਜਿਹੜਾ ਕਿਸਾਨਾਂ ਦਾ ਚੱਲ ਰਿਹਾ ਜੀ, ਇਹ ਤੁਹਾਡਾ ਜਿਹੜਾ ਸਿੰਬਲ ਮਿਲਿਆ ਟਰੈਕਟਰ ਜੀ, ਕਿੰਨਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਜਿਹੜਾ ਸਿੰਬਲ ਮਿਲਿਆ ਹੈ ਇਹ ਮੇਰੇ ਕਿਸਾਨ ਭਰਾਵਾਂ ਦਾ ਜਿਹੜਾ ਸਿੰਬਲ ਹੈ ਉਹ ਮੈਨੂੰ ਮਿਲਿਆ, ਔਰ ਮੈਂ ਵੀ ਪੰਜਾਬ ਦੀ ਧੀ ਹਾਂ ਤੇ ਮੈਂ ਵੀ ਉਹਨਾਂ ਦੇ ਨਾਲ ਹਾਂ, ਕਿਸਾਨਾਂ ਦੇ ਵਿੱਚੋਂ ਹੀ ਹਾਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੈਨੂੰ ਇਹ ਸਿੰਬਲ ਮਿਲਿਆ ਹੈ। ਜਿੱਤ ਦਾ ਨਿਸ਼ਾਨ ਹੀ ਕਹਿ ਲਓ ਇੱਕ ਤਰ੍ਹਾਂ ਦੇ ਹੋ ਸਕਦਾ। ਈਸ਼ਵਰ ਦੀ ਕਿਰਪਾ ਹੈ ਸ਼ਾਇਦ ਕਿ ਮੈਨੂੰ ਇਹ ਮਿਲਿਆ, ਔਰ ਜਿੱਤ ਦਾ ਨਿਸ਼ਾਨ ਸਮਝ ਕੇ ਹੀ ਮੈਨੂੰ ਰੱਬ ਨੇ ਇਹ ਸਿੰਬਲ ਦਿੱਤਾ ਹੋਏਗਾ। ਲੋਕ ਵੀ ਸਰਾਹਨਾ ਕਰ ਰਹੇ ਨੇ। ਹਾਂ, ਲੋਕ ਸਰਾਹਨਾ ਕਰ ਰਹੇ ਨੇ, ਲੋਕਾਂ ਨੂੰ ਵੀ ਇਹ ਬਹੁਤ ਪਸੰਦ ਹੈ। ਔਰ
ਖਾਸ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਇਹ ਸਿੰਬਲ ਮਿਲਿਆ। ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹਾਂ। ਅਸੀਂ ਇੱਥੇ ਵੀ ਐਜੀਟੇਸ਼ਨ ਕਰ ਸਕਦੇ ਹਾਂ ਕਿਉਂਕਿ ਇਲੈਕਸ਼ਨਸ ਕਰਕੇ ਅਸੀਂ ਜ਼ਿਆਦਾ ਉੱਥੇ ਜਾ ਕੇ ਟਾਈਮ ਨਹੀਂ ਦੇ ਸਕਦੇ, ਲੇਕਿਨ ਅਸੀਂ ਮਨੋਂ ਤੇ ਤਨੋਂ ਦਿਲੋਂ ਸਾਰੇ ਅਸੀਂ ਉਹਨਾਂ ਦੇ ਕਿਸਾਨਾਂ ਦੇ ਨਾਲ ਹਾਂ। ਮੈਮ ਮੇਰਾ ਇੱਕ ਸਵਾਲ ਇਹ ਹੈ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਹਨਾਂ ਵੱਲੋਂ ਕਿਤੇ ਨਾ ਕਿਤੇ ਧੱਕੇਸ਼ਾਹੀ ਕੀਤੀ ਜਾਂਦੀ ਹੈਗੀ ਜਿਹੜੀਆਂ ਚੋਣਾਂ ਦੇ ਵਿੱਚ, ਜਿਹੜੇ ਆਜ਼ਾਦ ਤੌਰ ਤੇ ਲੜਦੇ ਨੇ ਜਾਂ ਜਿਹੜੇ ਹੋਰ ਦੂਜੇ ਧਿਰਾਂ ਦੇ ਹੁੰਦੇ ਨੇ। ਤੁਹਾਨੂੰ ਇਸ ਗੱਲ 'ਚ ਕਿੰਨੀ ਕੁ ਸੱਚਾਈ ਲੱਗਦੀ ਹੈ ਤੇ ਕੀ ਸੋਚਦੇ ਹੋ ਜੀ ਇਹਦੇ ਬਾਰੇ? 100% ਸੱਚਾਈ ਹੈ, ਕਿਉਂਕਿ ਜਿਸ ਦਿਨ ਮੈਂ ਆਪਣੇ ਪੋਸਟਰ ਲਗਵਾਉਣ ਨਿਕਲੀ, ਮੇਰੇ ਪਿੱਛੇ ਪਿੱਛੇ ਹੀ ਮੇਰੇ ਵਿਰੋਧੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਮੇਰੇ ਸਾਹਮਣੇ ਹੀ ਲੋਕਾਂ ਨੂੰ ਧਮਕਾ ਕੇ ਮੇਰੇ ਪੋਸਟਰ ਉਤਰਵਾ ਰਹੇ ਨੇ ਕਿ ਅਗਰ ਤੁਸੀਂ ਇਹ ਪੋਸਟਰ ਲਗਾਓਗੇ ਤਾਂ ਸਿੱਧੀ ਤੁਸੀਂ ਦੁਸ਼ਮਣੀ ਸਰਕਾਰ ਨਾਲ ਲਓਗੇ, ਸੋ ਤੁਸੀਂ ਇਹ ਪੋਸਟਰ ਉਤਾਰ ਦਿਓ। ਲੋਕਾਂ ਨੇ ਡਰਦੇ ਮਾਰੇ ਪੋਸਟਰ ਤਾਂ ਉਤਾਰਤੇ, ਲੇਕਿਨ ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਇਹ ਆਪਣੀਆਂ ਵੋਟਾਂ ਖਰਾਬ ਕਰ ਰਹੇ ਨੇ, ਵੀ ਇਹ ਸਾਨੂੰ ਧਮਕਾ ਕੇ ਪੋਸਟਰ ਉਤਾਰ ਸਕਦੇ ਨੇ, ਵੋਟਾਂ ਨਹੀਂ ਲੈ ਸਕਦੇ। ਸੋ ਦੂਸਰਾ ਮੈਨੂੰ ਇਹ ਵੀ ਇੱਥੋਂ ਤੱਕ ਵੀ ਧਮਕੀਆਂ ਦਿੱਤੀਆਂ ਗਈਆਂ ਕਿ ਇਕੱਲੀ ਬਾਹਰ ਨਾ ਨਿਕਲੇ ਜਾਂ ਫਿਰ ਇਹ ਆਪਣੀ ਜਿਹੜੀ ਹੈਗੀ ਹੈ ਸੀਟ ਜਿਹੜੀ ਹੈ ਆਪਣੇ ਮਤਲਬ ਨੋਮੀਨੇਸ਼ਨ ਹੈ ਉਹ ਵਾਪਸ ਲੈ ਲੈ। ਸੋ ਜਾਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ, ਲੇਕਿਨ ਤੁਹਾਨੂੰ ਪਤਾ ਹੈ ਕਿ ਆਪਾਂ ਪਬਲਿਕ ਰਿਲੇਸ਼ਨ 'ਚ ਕੰਮ ਕੀਤਾ, ਡਰਨ ਵਾਲੇ ਤਾਂ ਆਪਾਂ ਹੈ ਨਹੀਂ ਆ। ਜਿਸ ਕੰਮ ਤੇ ਅੜ ਗਏ ਆ, ਅਗਰ ਇਸ ਸਮਾਜ ਸੇਵਾ ਦਾ ਬੀੜਾ ਚੁੱਕਿਆ ਹੈ ਤਾਂ ਆਪਾਂ ਜਾਰੀ ਰੱਖਣਾ ਹੀ ਰੱਖਣਾ ਜ਼ਿੰਦਗੀ 'ਚ। ਆਪਾਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ, ਲੇਕਿਨ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਪੋਲਿੰਗ ਹੋਣੀ ਹੈ ਉਸ ਦਿਨ ਵੀ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ, ਪਰ ਅਸੀਂ ਡਟ ਕੇ ਖੜੇ ਹਾਂ, ਮੁਕਾਬਲਾ ਕਰਾਂਗੇ, ਦੇਖਾਂਗੇ ਉਹ ਕਿੱਥੋਂ ਤੱਕ ਕਾਮਯਾਬ ਹੁੰਦੇ ਨੇ, ਅਸੀਂ ਕਿੱਥੋਂ ਤੱਕ ਕਾਮਯਾਬ ਹੁੰਦੇ ਹਾਂ। ਅਸੀਂ ਸੱਚਾਈ ਦੀ ਰਾਹ ਤੇ ਲੜਾਂਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਉਮਾ ਸ਼ਰਮਾ ਜੀ, ਜਿਨ੍ਹਾਂ ਨੇ 30 ਸਾਲ ਪਬਲਿਕ ਰਿਲੇਸ਼ਨ ਦੇ ਵਿੱਚ ਕੰਮ ਕੀਤਾ, ਉਸ ਤੋਂ ਬਾਅਦ ਪੱਤਰਕਾਰਤਾ ਵੀ ਕੀਤੀ, ਫਿਰ ਕਾਫੀ ਸਾਲ ਜਿਹੜਾ ਹੈਗਾ ਸਮਾਜ ਸੇਵੀ ਵੀ ਰਹੇ। ਹੁਣ ਜਿਹੜੀ ਸਿਆਸਤ ਦੀ ਜਿਹੜੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹੈ, ਇਹ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜੇ ਲੋਕ ਇਹਨਾਂ ਨੂੰ ਕਿਸ ਤਰ੍ਹਾਂ ਦਾ ਫਤਵਾ ਦਿੰਦੇ ਆ। ਕੈਮਰਾਮੈਨ ਆਕਾਸ਼ ਦੇ ਨਾਲ ਮੋਹਾਲੀ ਤੋਂ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।